ਤੋ ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਸੰਸਾਰ ਰਚਨਾ ਤੇ ਉਸ ਤੋਂ ਪਹਿਲਾਂ ਤੇ ਫਿਰ ਸੰਸਾਰ ਰਚਨਾ ਦੇ ਵਿੱਚ ਜੋ ਮਾਇਆ ਰਚੀ ਗਈ ਹੈ ਉਹਦਾ ਪ੍ਰਭਾਵ ਤੇ ਉਸ ਪ੍ਰਭਾਵ ਤੋਂ ਮੁਕਤ ਹੋਣ ਵਾਸਤੇ ਫਿਰ ਸੰਸਾਰ ਰਚਨਾ ਦੇ ਰਚਨਹਾਰ ਕਰਤਾ ਪੁਰਖ ਜੀ ਦੇ ਨਾਲ ਜੁੜਨ ਦਾ ਉੱਤਮ ਉਪਦੇਸ਼ ਹੈ। ਭਗਤ ਨਾਮਦੇਵ ਜੀ ਕਿਉਂਕਿ ਬੰਬਈ ਮਹਾਰਾਸ਼ਟਰ ਦੇ ਇਲਾਕੇ ਦੇ ਵਿੱਚ ਹੋਏ ਨੇ, ਉਹਨਾਂ ਦੀ ਮੁੱਖ ਬੋਲੀ ਮਰਾਠੀ ਹੈ। ਇਹ ਸ਼ਬਦ ਵੀ ਮਰਾਠੀ ਬੋਲੀ ਦਾ ਪਾਵਨ ਸ਼ਬਦ ਹੈ। ਪਹਿਲ ਪੁਰੀਏ ਪੁੰਡਰਕ ਵਣਾ। ਪਹਿਲ ਦਾ ਅਸੀਂ ਅਰਥ ਸਮਝਦੇ ਹਾਂ ਸਭ ਤੋਂ ਪਹਿਲਾਂ ਪੁਰੀਏ। ਪੁਰੀਏ ਦੇ ਦੋ ਤਿੰਨ ਅਰਥ ਵਿਦਵਾਨਾਂ ਨੇ, ਟੀਕਾਕਾਰਾਂ ਨੇ, ਮਹਾਨ ਕੋਸ਼ ਨੇ ਕੀਤੇ ਨੇ। ਪੁਰੀਏ ਦਾ ਇੱਕ ਅਰਥ ਪੁਰੀ, ਜਿਵੇਂ ਕੋਈ ਇਲਾਕਾ, ਕੋਈ ਨਗਰ। ਪੁਰੀਏ ਦਾ ਅਰਥ ਸੰਸਕ੍ਰਿਤ ਦੇ ਸ਼ਬਦ ਪੁਰਾ ਤੋਂ ਬਣਿਆ। ਪੁਰਾ ਦਾ ਮਤਲਬ ਹੁੰਦਾ ਹੈ ਪਹਿਲਾਂ। ਤੋਂ ਪਹਿਲ ਪੁਰੀਏ ਦਾ ਭਾਵ ਹੋਇਆ ਪਹਿਲੋਂ ਪਹਿਲ, ਸਭ ਤੋਂ ਪਹਿਲਾਂ, ਜਿਸ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਦਿ ਸੱਚ ਆਖਿਆ ਹੈ, ਜੋ ਸਭਨਾਂ ਤੋਂ ਪਹਿਲਾਂ ਤੋਂ ਹੈ। ਪਹਿਲ ਪੁਰੀਏ ਪੁੰਡਰਕ ਵਣਾ। ਪੁੰਡਰਕ ਖਾਸ ਤੌਰ ਦੇ ਉੱਪਰ ਸ਼ਬਦ ਚਿੱਟੇ ਕਮਲ ਫੁੱਲਾਂ ਵਾਸਤੇ ਵਰਤਿਆ ਜਾਂਦਾ ਹੈ। ਪੁੰਦਰੀਕ ਜਾਂ ਪੁੰਡਰੀਕ। ਪੁੰਡਰਕ ਵਣਾ, ਵਣਾ ਦਾ ਅਰਥ ਹੈ ਬਾਗ, ਬਗੀਚਾ, ਜੰਗਲ। ਵਾਹਿਗੁਰੂ ਪਰਮੇਸ਼ਵਰ ਜੋ ਸਭ ਤੋਂ ਪਹਿਲਾਂ ਹੈ, ਫਿਰ ਵਾਹਿਗੁਰੂ ਪਰਮੇਸ਼ਵਰ ਨੇ ਇਹ ਚਿੱਟੇ ਕਮਲ ਫੁੱਲਾਂ ਦਾ ਸੋਹਣਾ ਜੰਗਲ, ਸੋਹਣਾ ਬਾਗ, ਸੋਹਣਾ ਬਗੀਚਾ ਭਾਵ ਸੰਸਾਰ ਪੈਦਾ ਕੀਤਾ। ਹੁਣ ਇਹਦਾ ਦੂਸਰਾ ਭਾਵ ਇਹ ਵੀ ਹੈ ਕਿ ਸਭ ਤੋਂ ਪਹਿਲਾਂ ਪਰਮੇਸ਼ਵਰ ਆਪ ਹੈ। ਪਹਿਲ ਪੁਰੀਏ ਪੁੰਡਰਕ ਵਣਾ। ਸਭ ਤੋਂ ਪਹਿਲਾਂ ਪਰਮੇਸ਼ਵਰ ਆਪ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਸਾ ਕੀ ਵਾਰ ਦੇ ਬਚਨਾਂ ਦੇ ਵਿੱਚ ਆਖਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਪੁੰਡਰਕ ਵਣਾ ਦਾ ਭਾਵ ਹੈ ਸੰਸਾਰ, ਕੁਦਰਤ, ਜੋ ਕਾਦਰ ਨੇ ਦੋਈ ਕੁਦਰਤ ਸਾਜੀ ਹੈ। ਫਿਰ ਕਰਤਾ ਪੁਰਖ ਇਸ ਕੁਦਰਤ ਨੂੰ ਸਾਜ ਕੇ ਆਪ ਇਹਦੇ ਵਿੱਚ ਮੌਜੂਦ ਹੈ, ਬੈਠਾ ਹੋਇਆ, ਡਿਠੋ ਚਾਓ, ਆਨੰਦ ਮਾਣਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਹੈ, ਜਿਸ ਵਿੱਚ ਦਾਤਾਰ ਸਤਿਗੁਰੂ ਆਖਦੇ ਨੇ, ਮੂਲ ਗੱਲ ਇਹ ਵਿਚਾਰਨੀ ਹੈ, ਮੂਲ ਗੱਲ ਇਹ ਸਮਝਣੀ ਹੈ, ਮੂਲ ਗੱਲ ਜਿਸ ਨਾਲ ਅਸੀਂ ਜੁੜਨਾ ਹੈ ਉਹ ਇਹ ਹੈ ਕਿ ਜਗਤ ਰਚਨਾ ਦੇ ਆਦ ਅੰਤ ਤੇ ਹਰ ਸਮੇਂ ਹਰ ਥਾਂ ਦੇ ਉੱਪਰ ਪਰਮੇਸ਼ਵਰ ਆਪ ਹੈ। ਸਾਚੇ ਤੇ ਪਵਨਾ ਭਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ। ਸ੍ਰੀ ਰਾਗ ਦੇ ਵਿੱਚ ਮਹਾਰਾਜ ਆਖਦੇ ਨੇ, ਸੱਚ ਤੋਂ ਹਵਾ ਪੈਦਾ ਹੋਈ, ਸਾਚੇ ਤੇ ਪਵਨਾ ਭਇਆ। ਪਵਨ ਤੇ ਜਲ ਹੋਏ, ਉਸ ਪਵਨ ਤੋਂ ਜਲ ਪੈਦਾ ਹੋਇਆ। ਜਲ ਤੇ ਤ੍ਰਿਭਵਨ ਸਾਜਿਆ। ਫਿਰ ਜਲ ਤੋਂ ਤਿੰਨ ਭਵਨ ਭਾਵ ਕੁੱਲ ਕਾਇਨਾਤ, ਸਾਰਾ ਬ੍ਰਹਿਮੰਡ, ਧਰਤੀ, ਪਾਤਾਲ ਤੇ ਆਕਾਸ਼, ਉਹ ਸਾਜੇ ਗਏ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਡਾ ਧਿਆਨ ਇਸ ਗੱਲੇ ਦਿਵਾਉਣਾ ਚਾਹੁੰਦੇ ਹੈ ਕਿ ਸਾਰਿਆਂ ਦੇ ਵਿੱਚ ਪਰਮੇਸ਼ਵਰ ਦੀ ਜੋਤ ਹੈ। ਉਸ ਜੋਤ ਦਾ ਦੀਦਾਰ ਕਰਨਾ, ਉਸ ਜੋਤ ਨੂੰ ਦੇਖਣਾ, ਉਸ ਜੋਤ ਦੇ ਰਾਹੀਂ ਪਰਮ ਜੋਤ ਦੇ ਨਾਲ ਜੁੜਨਾ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੂਲ ਵਿਸ਼ਾ ਹੈ। ਇੱਥੇ ਭਗਤ ਨਾਮਦੇਵ ਜੀ ਕਿਰਪਾ ਕਰਕੇ ਬਚਨ ਕਰਦੇ ਹਨ, ਪਹਿਲ ਪੁਰੀਏ ਪੁੰਡਰਕ ਵਣਾ, ਤਾਂ ਚੇ ਹੰਸਾ ਸਗਲੇ ਜਨਾ। ਪਹਿਲੋਂ ਪਹਿਲ ਪਰਮੇਸ਼ਵਰ ਆਪ ਹੀ ਆਪ, ਉਸਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਫਿਰ ਬਾਕੀ ਸਾਰੇ ਜਿਤਨੇ ਵੀ ਜੀਵ ਜੰਤ ਪੈਦਾ ਕੀਤੇ ਨੇ, ਇਹ ਸਾਰੇ ਉਸ ਸੰਸਾਰ ਸਮੁੰਦਰ ਦੇ ਵਿੱਚ ਇਸ ਸੋਹਣੇ ਬਗੀਚੇ ਦੇ ਫੁੱਲ ਹਨ। ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ, ਹਰ ਨਚੰਤੀ ਨਚਨਾ। ਕ੍ਰਿਸ਼ਨਾ ਤੇ ਜਾਨੂ ਹਰ, ਇਹਦਾ ਭਾਵ ਇਹ ਹੈ ਕਿ ਹਰੀ ਕ੍ਰਿਸ਼ਨ ਤੋਂ ਭਾਵ ਵਾਹਿਗੁਰੂ ਪਰਮੇਸ਼ਰ ਤੋਂ ਉਸ ਦੀ ਮਾਇਆ ਨੂੰ ਜਾਣਿਆ ਜਾਂਦਾ ਹੈ। ਹਰ ਨਾਚੰਤੀ ਨਾਚਨਾ, ਹਰ ਨਾਚੰਤੀ ਨਾਚਨਾ ਦਾ ਭਾਵ ਹੈ
ਕਿ ਵਾਹਿਗੁਰੂ ਦੇ ਹੁਕਮ ਦੇ ਵਿੱਚ ਨੱਚਣ ਵਾਲੀ ਮਾਇਆ ਵਾਹਿਗੁਰੂ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਨਾਚ ਨੱਚ ਰਹੀ ਹੈ। ਮਾਇਆ ਪਰਮੇਸ਼ਵਰ ਤੋਂ ਪੈਦਾ ਹੋਈ ਹੈ, ਪਰਮੇਸ਼ਵਰ ਦੇ ਹੁਕਮ ਦੇ ਵਿੱਚ ਨੱਚ ਰਹੀ ਹੈ। ਹਰ ਨਾਚੰਤੀ ਨੱਚਣਾ। ਪਹਿਲ ਪੁਰ ਸਾਬਿਰਾ, ਪਹਿਲ ਦਾ ਭਾਵ ਫਿਰ ਪਹਿਲਾਂ, ਪੁਰ ਸਾਬਿਰਾ ਪੁਰਸ਼ ਆਬਿਰਾ, ਪੁਰਸ਼ ਭਾਵ ਅਕਾਲ ਪੁਰਖ ਵਾਹਿਗੁਰੂ, ਆਬਿਰਾ ਦਾ ਭਾਵ ਪ੍ਰਗਟ ਹੋਇਆ, ਮੈਨੀਫੈਸਟਡ। ਪਹਿਲੋਂ ਪਹਿਲ ਪਰਮੇਸ਼ਵਰ ਆਪ ਪ੍ਰਗਟ ਹੋਇਆ। ਅਥੋਨ ਪੁਰਸ਼ਾਦ ਮਰਾ, ਅਥੋਨ ਦਾ ਭਾਵ ਹੈ ਬਾਅਦ ਵਿੱਚ, ਆਫਟਰ ਦੈਟ। ਪੁਰਸ਼ਾਦ ਮਰਾ, ਪੁਰਸ਼ਾਤ ਅਤੇ ਅਮਰਾ। ਪੁਰਸ਼ਾਤ ਦਾ ਭਾਵ ਹੈ ਪ੍ਰਗਟ ਹੋਇਆ, ਅਮਰਾ ਦਾ ਭਾਵ ਮਾਇਆ। ਪਹਿਲੋਂ ਪਹਿਲ ਪਰਮੇਸ਼ਵਰ ਆਪ ਕਰਤਾ ਪੁਰਖ ਪ੍ਰਗਟ ਹੋਇਆ, ਫਿਰ ਮਾਇਆ ਪ੍ਰਗਟ ਹੋਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਜੋ ਪਹਿਲੀ ਪੰਕਤੀ ਦੀ ਵਿਚਾਰ ਦੇ ਨਾਲ ਅਸੀਂ ਸਮਝਿਆ, ਵਿਚਾਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਜ਼ਿੰਦਗੀ ਦਾ ਇੱਕ ਮਾਤਰ ਕੇਂਦਰ ਮਿੱਥ ਕੇ ਨਾਮ ਦੇ ਰਾਹੀਂ ਉਹਦੇ ਨਾਲ ਜੁੜਨ ਦੀ ਸਿੱਖਿਆ ਦ੍ਰਿੜ ਕਰਵਾਉਂਦੀ ਹੈ। ਤੋ ਭਗਤ ਨਾਮਦੇਵ ਜੀ ਵੀ ਉਸੇ ਹੀ ਵਿਚਾਰ ਨੂੰ ਦ੍ਰਿੜ ਕਰਵਾਉਂਦੇ ਹਨ। ਭਗਤ ਨਾਮਦੇਵ ਜੀ ਦਾ ਕਥਨ, ਅਸ ਗਾ ਅਸ ਉਸ ਗਾ। ਅਸਗਾ ਦਾ ਭਾਵ ਹੈ ਇਸ ਦਾ, ਅਸ ਦਾ ਭਾਵ ਅਤੇ, ਉਸਗਾ ਦਾ ਭਾਵ ਉਸ ਦਾ, ਇਸ ਦਾ ਅਤੇ ਉਸ ਦਾ। ਹਰਕਾ ਬਾਗਰਾ, ਵਾਹਿਗੁਰੂ ਪਰਮੇਸ਼ਵਰ ਦਾ ਇਹ ਸੋਹਣਾ ਬਾਗ ਹੈ। ਸੰਸਾਰ ਸਮੁੰਦਰ ਵੀ ਹੈ, ਸੰਸਾਰ ਇੱਕ ਸੁਹਾਵਣਾ ਬਾਗ ਵੀ ਹੈ। ਹਰਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ। ਪਿੰਦੀ ਦਾ ਭਾਵ ਹੈ ਟਿੰਡਾਂ, ਖੂਹ ਦੀਆਂ ਟਿੰਡਾਂ, ਜਿਨ੍ਹਾਂ ਦੇ ਵਿੱਚ ਪਾਣੀ ਭਰਿਆ ਜਾਂਦਾ ਹੈ ਤੇ ਫਿਰ ਪਰਤ ਕੇ ਉਹ ਸਖਣੀਆਂ ਹੋ ਜਾਂਦੀਆਂ ਨੇ, ਫਿਰ ਦੁਬਾਰਾ ਭਰੀਆਂ ਜਾਂਦੀਆਂ ਨੇ, ਤੇ ਜਦੋਂ ਭਰਨ ਤੋਂ ਲੈ ਕੇ ਖਾਲੀ ਹੋਣ ਤੱਕ ਤੇ ਫਿਰ ਭਰਨ ਤੱਕ ਆਪਣੀ ਚਾਲ ਚੱਲਦੀਆਂ ਨੇ, ਉਹਦੇ ਵਿੱਚ ਪਾਣੀ ਉਛਾਲੇ ਮਾਰਦਾ ਹੈ। ਇਹਨੂੰ ਭਗਤ ਨਾਮਦੇਵ ਜੀ ਆਖ ਰਹੇ ਨੇ, ਹਰਕਾ ਬਾਗਰਾ ਨਾਚੈ ਪਿੰਦੀ ਮਹਿ ਸਾਗਰਾ। ਵਾਹਿਗੁਰੂ ਪਰਮੇਸ਼ਵਰ ਦਾ ਇਹ ਬਾਗ ਇਸ ਪ੍ਰਕਾਰ ਦੇ ਨਾਲ ਸੰਸਾਰ ਸਮੁੰਦਰ ਦੇ ਵਿੱਚ ਨੱਚ ਰਿਹਾ ਹੈ, ਜਿਵੇਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ, ਪਾਣੀ ਉਛਾਲੇ ਮਾਰਦਾ ਹੈ। ਇਹ ਰਹਾਉ ਦੀ ਪੰਕਤੀ ਹੈ। ਹੁਣ ਇਹਦਾ ਕੇਂਦਰੀ ਤੱਤ ਭਾਵ ਕੀ ਹੈ ਕਿ ਇਹ ਸੰਸਾਰ ਜੋ ਵਾਹਿਗੁਰੂ ਪਰਮੇਸ਼ਵਰ ਦੀ ਆਪਣੀ ਰਚਨਾ ਹੈ, ਇਹ ਮਾਇਆ ਦੇ ਪ੍ਰਭਾਵ ਥੱਲੇ ਹੈ, ਮਾਇਆ ਦੇ ਪ੍ਰਭਾਵ ਦੇ ਵਿੱਚ ਨੱਚ ਰਿਹਾ ਹੈ। ਨਚਾਉਣ ਵਾਲਾ ਵੀ ਇਹਨੂੰ ਪਰਮੇਸ਼ਰ ਹੈ। ਪਰ ਬਹੁਤਾਤ ਦੁਨੀਆ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਪਦੇਸ਼ ਭੁਲਾ ਕੇ ਕਿ ਨਾਚ ਰੇ ਮਨ ਗੁਰ ਕੇ ਆਗੇ। ਗੁਰੂ ਦੇ ਸਨਮੁਖ ਆਪਣਾ ਮਨ ਨਚਾਉਣ ਦੀ ਥਾਂ ਤੇ ਮਾਇਆ ਕੇ ਅਰਥ ਬਹੁਤ ਲੋਕ ਨਾਚੇ, ਕੋ ਵਿਰਲਾ ਭਗਤ ਵਿਚਾਰੀ। ਬਹੁਤਾਤ ਦੁਨੀਆ ਆਪਣਾ ਮਨ ਗੁਰੂ ਦੇ ਅੱਗੇ ਨਚਾਉਣ ਦੀ ਥਾਂ, ਭਾਵ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੀ ਥਾਂ, ਮਾਇਆ ਦੇ ਹੁਕਮ ਤੇ ਮਾਇਆ ਦੇ ਪ੍ਰਭਾਵ ਅਧੀਨ ਨੇ। ਮਾਇਆ ਕੇ ਅਰਥ ਬਹੁਤ ਲੋਕ ਨਾਚੇ, ਕੋ ਵਿਰਲਾ ਭਗਤ ਤਤ ਵਿਚਾਰੀ। ਕੋਈ ਵਿਰਲਾ ਵਿਰਲਾ ਭਗਤ ਹੈ ਜਿਹੜਾ ਤਤ ਦੀ ਵਿਚਾਰ ਕਰਨ ਵਾਲਾ ਹੈ। ਤੋ ਕੇਂਦਰੀ ਭਾਵ ਇਹ ਹੈ ਕਿ ਸੰਸਾਰ ਮਾਇਆ ਦੇ ਪ੍ਰਭਾਵ ਦੇ ਥੱਲੇ ਹੈ। ਭਗਤਾਂ ਨੇ ਮਾਇਆ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਸੰਸਾਰ ਮਾਇਆ ਦੇ ਵਸ ਵਿੱਚ ਹੈ। ਤੋ ਭਗਤਾਂ ਤੋਂ ਸਾਨੂੰ ਜੀਵਨ ਜਾਚ ਮਿਲਦੀ ਹੈ, ਭਗਤਾਂ ਤੋਂ ਸਾਨੂੰ ਉਹਨਾਂ ਦਾ ਤਜਰਬਾ ਮਿਲਦਾ ਹੈ, ਉਹਨਾਂ ਦਾ ਅਨੁਭਵ ਪ੍ਰਾਪਤ ਹੁੰਦਾ ਹੈ ਕਿ ਕਿਵੇਂ ਇਸ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਹਜ਼ੂਰ ਉਹਦੇ ਹੁਕਮ ਦੇ ਵਿੱਚ ਆਪਣੇ ਮਨ ਨੂੰ ਭੇਟਾ ਕਰਕੇ ਉਹ ਨਾਚ ਨੱਚਣਾ ਆ, ਜਿਹੜਾ ਨੱਚਣਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਦ੍ਰਿੜ ਕਰਵਾਇਆ ਹੈ। ਨਾਚ ਰੇ ਮਨ ਗੁਰ ਕੇ ਆਗੇ। ਤੋ ਇਹ ਰਹਾਉ ਦੀ ਪੰਕਤੀ ਹੈ। ਫਿਰ ਅੱਗੇ ਆਖਦੇ ਨੇ, ਨਾਚੰਤੀ ਗੋਪੀ ਜਨਾ। ਗੋਪੀ ਭਾਵ ਇਸਤਰੀਆਂ, ਜਨਾ ਭਾਵ ਜਨ, ਮਨੁੱਖ। ਸਾਰੇ ਇਸਤਰੀਆਂ ਤੇ ਮਨੁੱਖ, ਸਾਰੇ ਇਸਤਰੀਆਂ ਤੇ ਮਰਦ ਨੱਚ ਰਹੇ ਨੇ। ਨਈਆ ਤੇ ਬੈਰੇ ਕਨਾ, ਕੋਈ ਵੀ ਨਹੀਂ ਹੈ ਵੱਖਰਾ ਜਿਹੜਾ ਨਾਇਕ ਪਰਮੇਸ਼ਵਰ ਵਾਹਿਗੁਰੂ ਜੀ ਤੋਂ ਵੱਖਰਾ ਹੋਵੇ। ਨਈਆ ਦਾ ਭਾਵ ਨਾਇਕ, ਭਾਵ ਵਾਹਿਗੁਰੂ ਪਰਮੇਸ਼ਵਰ।
ਬੈਰੇ ਦਾ ਭਾਵ ਹੈ ਵੱਖਰੇ, ਕੰਨਾਂ ਦਾ ਭਾਵ ਹੈ ਤੋਂ। ਕੋਈ ਵੀ ਵਾਹਿਗੁਰੂ ਤੋਂ ਵੱਖਰਾ ਨਹੀਂ ਹੈ। ਭਾਵੇਂ ਕੋਈ ਵਾਹਿਗੁਰੂ ਨੂੰ ਭੁਲਾ ਕੇ ਮਾਇਆ ਦੇ ਪ੍ਰਭਾਵ ਵਿੱਚ ਨੱਚ ਰਿਹਾ ਹੈ, ਮਾਇਆ ਦੇ ਪ੍ਰਭਾਵ ਥੱਲੇ ਹੈ, ਪਰ ਫਿਰ ਵੀ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੈ। ਨਈਆ ਤੇ ਬੈਰੇ ਕੰਨਾ ਤਰਕ ਨਾ ਚਾ। ਭਗਤ ਨਾਮਦੇਵ ਜੀ ਆਖਦੇ ਨੇ, ਸ਼ੰਕਾ ਨਾ ਕਰ ਕਿ ਜੇ ਅਸੀਂ ਮਾਇਆ ਦੇ ਪ੍ਰਭਾਵ ਥੱਲੇ ਹੈ, ਸਾਡੇ ਉੱਪਰ ਮਾਇਆ ਦਾ ਹੁਕਮ ਚੱਲ ਰਿਹਾ ਹੈ, ਤੇ ਕਿਤੇ ਇਹ ਤਰਕ ਨਾ ਕਰੀਏ, ਇਹ ਸ਼ੰਕਾ ਨਾ ਕਰੀਏ ਕਿ ਕੀ ਵਾਹਿਗੁਰੂ ਹੈ। ਜੇ ਵਾਹਿਗੁਰੂ ਹੈ ਤਾਂ ਵਾਹਿਗੁਰੂ ਦੇ ਹੁੰਦਿਆਂ ਹੋਇਆਂ ਉਹਦੀ ਮਾਇਆ ਦਾ ਹੁਕਮ ਕਿਉਂ ਚੱਲ ਰਿਹਾ, ਵਾਹਿਗੁਰੂ ਦਾ ਆਪਣਾ ਹੁਕਮ ਕਿਉਂ ਨਹੀਂ ਵਰਤ ਰਿਹਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਇਸ ਸ਼ੰਕੇ ਦੇ ਵਿੱਚ ਨਾ ਪਿਆ ਜੇ, ਕਿਉਂਕਿ ਹੁਕਮ ਵਾਹਿਗੁਰੂ ਦਾ ਹੀ ਚੱਲ ਰਿਹਾ ਹੈ। ਮਾਇਆ ਉਹਦਾ ਖੇਡ ਤਮਾਸ਼ਾ ਹੈ, ਜਿਹਨੂੰ ਸਮਝਣ ਦੇ ਵਾਸਤੇ ਪਰਮੇਸ਼ਵਰ ਨੇ ਸ਼ਬਦ ਦੀ ਰਚਨਾ ਕੀਤੀ ਹੈ, ਗਿਆਨ ਪ੍ਰਗਟ ਕੀਤਾ ਹੈ। ਜੋ ਸ਼ਬਦ ਤੋਂ ਸਾਨੂੰ, ਗੁਰੂ ਸਾਹਿਬ ਜੀ ਤੋਂ ਸਾਨੂੰ ਸ਼ਬਦ ਗਿਆਨ ਪ੍ਰਗਟ ਹੁੰਦਾ ਹੈ, ਪ੍ਰਾਪਤ ਹੁੰਦਾ ਹੈ। ਤਰਕ ਨਾ ਚਾਹ, ਫਿਰ ਕੀ ਕਰ, ਭਰਮੀਆਂ ਚਾਹ। ਆਪਣਾ ਭਰਮ, ਆਪਣਾ ਭੁਲੇਖਾ, ਆਪਣੇ ਅੰਦਰ ਦਾ ਸੰਦੇਹ, ਆਪਣੇ ਅੰਦਰ ਦਾ ਸ਼ੰਕਾ ਉਹ ਮਿਟਾ। ਸ਼ੰਕਾ ਮਿਟੇਗਾ ਤੇ ਸਮਝ ਵਿੱਚ ਆਏਗਾ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਹੁਣ ਇਸ ਪੰਕਤੀ ਦੇ ਸਿੱਧੇ ਸਿੱਧੇ ਅਰਥ ਤਾਂ ਇਹ ਨੇ, ਕੇਸ਼ਵਾ ਬਚਾਉਣੀ, ਕੇਸ਼ਵ ਦੇ ਬਚਨ, ਵਾਹਿਗੁਰੂ ਪਰਮੇਸ਼ਵਰ ਦੇ ਬਚਨ ਭਾਵ ਉਹਦਾ ਹੁਕਮ, ਉਹਦੇ ਹੁਕਮ ਦੇ ਨਾਲ ਅਈਏ ਮਈਏ, ਅਈਏ ਮਈਏ ਦਾ ਭਾਵ ਹੈ ਇਸਤਰੀਆਂ ਮਰਦ, ਸਾਰੇ ਜੀਵ ਜੰਤੂ। ਏਕ ਆਨ ਜੀਓ, ਏਕ ਆਨ ਦਾ ਭਾਵ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹੈ ਇੱਕ ਆਨ, ਭਾਵ ਇੱਕ ਰਸ, ਇੱਕ ਵਾਹਿਗੁਰੂ ਜਿਸ ਦਾ ਸਭਨਾਂ ਦੇ ਵਿੱਚ ਘਰ ਟਿਕਾਣਾ ਹੈ। ਇੱਕ ਆਨ ਜੀਓ। ਭਗਵਤ ਗੀਤਾ ਦੇ 7ਵੇਂ ਅਧਿਆਏ ਦੇ 7ਵੇਂ ਸ਼ਲੋਕ ਦੇ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਸ ਪੰਕਤੀ ਦੇ ਅਰਥ ਕਰਦਿਆਂ ਹੋਇਆਂ ਰੈਫਰੈਂਸ ਦਿੱਤਾ ਹੈ ਭਗਵਤ ਗੀਤਾ ਦਾ। ਭਗਵਤ ਗੀਤਾ ਦੇ 7ਵੇਂ ਅਧਿਆਏ ਦੇ 7ਵੇਂ ਸ਼ਲੋਕ ਦੇ ਵਿੱਚ ਅਰਜੁਨ ਅਤੇ ਕ੍ਰਿਸ਼ਨ ਜੀ ਦਾ ਵਾਰਤਾਲਾਪ ਹੋ ਰਿਹਾ, ਜਿਹਦੇ ਵਿੱਚ ਵਾਹਿਗੁਰੂ ਜੋ ਗॉड ਹੈਡ ਹੈ, ਜਿਸ ਨੂੰ ਪਰਸਨਲ ਤੇ ਇੰਪਰਸਨਲ ਦੇ ਰੂਪ ਦੇ ਵਿੱਚ, ਮਟੀਰੀਅਲ ਅਤੇ ਸਪਿਰਿਟ ਦੇ ਰੂਪ ਦੇ ਵਿੱਚ ਵੱਖਰਾ ਕਰਕੇ ਵੇਖਿਆ ਜਾਂਦਾ ਹੈ। ਉੱਥੇ ਕ੍ਰਿਸ਼ਨ ਜੀ ਅਰਜੁਨ ਨੂੰ ਆਖਦੇ ਨੇ, ਆਪਣਾ ਬਚਨ ਕਰਦੇ ਨੇ, ਉਹ ਹੈ ਕੇਸ਼ਵਾ ਬਚਾਉਣੀ। ਕ੍ਰਿਸ਼ਨ ਜੀ ਦਾ ਬਚਨ ਹੋਇਆ ਕਿ ਐ ਅਰਜੁਨ, ਜਿਤਨੇ ਵੀ ਜੀਵ ਜੰਤੂ ਨੇ, ਅਈਏ ਦਾ ਉੱਥੇ ਅਰਥ ਉਹਨਾਂ ਨੇ ਕੀਤਾ ਇਹ ਸਾਰੇ ਜੀਵ ਜੰਤੂ, ਮਈਏ ਭਾਵ ਮੈਂ, ਭਾਵ ਕ੍ਰਿਸ਼ਨ ਜੀ ਕਹਿੰਦੇ ਨੇ ਮੈਂ ਅਤੇ ਇਹ ਸਾਰੇ ਜੀਵ ਜੰਤੂ ਏਕ ਆਨ ਜੀਓ, ਅਸੀਂ ਇੱਕ ਮਿਕ ਹਾਂ। ਭਾਵ ਇਹ ਹੈ ਪਰਮੇਸ਼ਵਰ ਕ੍ਰਿਸ਼ਨ ਜੀ ਦੇ ਰਾਹੀਂ ਅਰਜੁਨ ਜੀ ਦੇ ਨਾਲ ਇਹ ਵਾਰਤਾਲਾਪ ਕਰ ਰਹੇ ਨੇ ਕਿ ਮੈਂ ਹੀ ਸਭਨਾਂ ਦੇ ਵਿੱਚ ਮੌਜੂਦ ਹਾਂ। ਇਸ ਕਰਕੇ ਇਸ ਭਰਮ ਦੇ ਵਿੱਚੋਂ, ਸ਼ੰਕੇ ਦੇ ਵਿੱਚੋਂ ਬਾਹਰ ਨਿਕਲ ਕੇ ਇਸ ਆਸਥਾ ਦੇ ਵਿੱਚ ਆਈਏ ਕਿ ਇੱਕ ਵਾਹਿਗੁਰੂ ਪਰਮੇਸ਼ਵਰ ਹੀ ਸਭਨਾਂ ਦੇ ਵਿੱਚ ਹੈ। ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਤੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਇਸ ਪੰਕਤੀ ਦੇ ਇਹ ਹਨ ਕਿ ਵਾਹਿਗੁਰੂ ਪਰਮੇਸ਼ਵਰ ਹੀ ਇੱਕ ਰਸ ਸਭਨਾਂ ਦੇ ਵਿੱਚ ਵਿਆਪਕ ਹੈ। ਔਰ ਇਹੋ ਗੱਲ ਗੁਰਬਾਣੀ ਦੀ ਮੂਲ ਹੈ ਕਿ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਿੰਦੀ ਉਬਕਲੇ ਸੰਸਾਰਾ। ਸੰਸਾਰ ਜਿਵੇਂ ਟਿੰਡਾਂ ਦੇ ਵਿੱਚ ਪਾਣੀ ਉਛਾਲੇ ਮਾਰਦਾ, ਇੱਦਾਂ ਹੀ ਮਾਇਆ ਦੇ ਪ੍ਰਭਾਵ ਥੱਲੇ ਉਛਾਲੇ ਮਾਰਦਾ ਹੈ, ਛਾਲਾਂ ਮਾਰਦਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸੰਸਾਰ ਮਾਇਆ ਦੇ ਪ੍ਰਭਾਵ ਥੱਲੇ ਛਾਲਾਂ ਮਾਰਦਾ ਹੈ, ਪਰ ਮਾਇਆ ਦੇ ਪ੍ਰਭਾਵ ਅੰਦਰ ਇਹਦੀ ਛਾਲ ਵੀ ਓਨੀ ਕੀ ਹੋਵੇਗੀ ਜਿੰਨਾ ਕੁ ਇਹਦੇ ਉੱਪਰ ਮਾਇਆ ਦਾ ਪ੍ਰਭਾਵ ਹੈ। ਜੇ ਇਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆ ਜਾਵੇ ਤਾਂ ਫਿਰ ਇਹ ਛਾਲਾਂ ਮਾਰਨੀਆਂ ਛੱਡ ਦਿੰਦਾ ਹੈ ਤੇ ਸਹਿਜ ਦੇ ਵਿੱਚ ਚੱਲਣਾ ਆਰੰਭ ਕਰਦਾ ਹੈ। ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਭਟਕ ਭਟਕ ਕੇ ਇੱਧਰ ਉੱਧਰ ਆਸਰਾ ਲੱਭਦਿਆਂ ਹੋਇਆਂ ਅਖੀਰ ਨੂੰ ਥੱਕ ਹਾਰ ਕੇ ਐ ਵਾਹਿਗੁਰੂ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਇਹ ਭਗਤ ਨਾਮਦੇਵ ਜੀ ਦਾ ਕਥਨ। ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਅਸੀਂ ਤੇਰੇ ਦਰ ਤੇ ਆਏ ਹਾਂ।
ਭਗਤ ਨਾਮਦੇਵ ਜੀ ਨੂੰ ਪਰਮੇਸ਼ਵਰ ਵਾਹਿਗੁਰੂ ਹੁਣ ਪੁੱਛਦੇ ਨੇ, ਤੂੰ ਕੌਣ ਰੇ, ਤੂੰ ਕੌਣ ਹੈ? ਕਿਉਂਕਿ ਵਾਹਿਗੁਰੂ ਦਾ ਕੋਈ ਇੱਕ ਭਗਤ ਨਹੀਂ ਹੈ, ਬੇਅੰਤ ਭਗਤ ਨੇ, ਬੇਅੰਤ ਢੰਗਾਂ ਦੇ ਨਾਲ ਭਗਤੀ ਕਰਨ ਵਾਲੇ ਨੇ। ਇੱਥੇ ਭਗਤ ਨਾਮਦੇਵ ਜੀ ਦਾ ਆਪਣਾ ਪਰਮੇਸ਼ਵਰ ਦੇ ਨਾਲ ਜੋ ਨਿੱਜੀ ਰਿਸ਼ਤਾ ਹੈ, ਜੋ ਪਰਸਨਲ ਕਨੈਕਸ਼ਨ ਹੈ, ਉਹਦੇ ਵਿੱਚੋਂ ਭਗਤ ਨਾਮਦੇਵ ਜੀ ਆਖਦੇ ਨੇ, ਵਾਹਿਗੁਰੂ ਮੇਰੇ ਨਾਲ ਵਾਰਤਾਲਾਪ ਕਰਦਿਆਂ ਪੁੱਛਦਾ, ਤੂੰ ਕੌਣ ਰੇ, ਤੂੰ ਕੌਣ ਹੈ? ਮੈਂ ਜੀ ਨਾਮਾ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਫਿਰ ਮੈਂ ਵਾਹਿਗੁਰੂ ਜੀ ਦੇ ਨਾਲ ਪਰਤ ਕੇ ਇਹ ਵਾਰਤਾਲਾਪ ਕਰਦਾ ਕਿ ਮੈਂ ਨਾਮਦੇਵ ਹਾਂ। ਹੋ ਜੀ, ਇਸ ਕਰਕੇ हे ਵਾਹਿਗੁਰੂ ਜੀ, ਹੁਣ ਤੁਸੀਂ ਪੁੱਛ ਲਿਆ, ਮੈਂ ਦੱਸ ਦਿੱਤਾ ਮੈਂ ਕੌਣ ਹੈ। ਮੇਰੀ ਇੱਕ ਬਿਨੈ ਹੈ, ਮੇਰੀ ਇੱਕ ਜੋਦੜੀ ਹੈ। ਉਹ ਕੀ ਹੈ? ਆਲਾ ਤੇ ਨਿਵਾਰਨਾ, ਜਮ ਕਾਰਨਾ। ਆਲਾ ਦਾ ਭਾਵ ਹੈ ਸੰਸਾਰ, ਨਿਵਾਰਨਾ ਦਾ ਭਾਵ ਬਚਾਉਣਾ। ਮੈਨੂੰ ਸੰਸਾਰ ਤੋਂ ਬਚਾ ਲਓ, ਮੈਨੂੰ ਸੰਸਾਰ ਦੇ ਪ੍ਰਭਾਵ ਤੋਂ ਮੁਕਤ ਕਰ ਦਿਓ, ਮੈਨੂੰ ਮਾਇਆ ਦੇ ਹੱਥਾਂ ਦੇ ਵਿੱਚ ਨੱਚਣ ਤੋਂ ਬਚਾ ਲਓ, ਮੈਨੂੰ ਟਿੰਡਾਂ ਦੇ ਵਿੱਚ ਪਾਣੀ ਵਾਂਗ ਉਛਲਣ ਤੋਂ ਬਚਾ ਲਓ। ਜਮ ਕਾਰਨਾ, ਇਹ ਸੰਸਾਰ, ਇਹ ਮਾਇਆ ਜਮਾਂ ਦਾ ਕਾਰਨ ਹੈ, ਇਹ ਮੌਤ ਦੀ ਫਾਹੀ ਹੈ, ਇਹ ਗਲੇ ਦਾ ਫੰਦਾ ਹੈ। ਇਸ ਕਰਕੇ ਇਸ ਆਤਮਿਕ ਮੌਤ ਦੇਣ ਵਾਲੀ ਮਾਇਆ ਤੋਂ ਮੈਨੂੰ ਮੁਕਤ ਕਰ ਦਿਓ, ਮੈਨੂੰ ਬਚਾ ਲਓ। ਤੋ ਕੁੱਲ ਮਿਲਾ ਕੇ ਭਗਤ ਨਾਮਦੇਵ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਇਸ ਧੁਰੇ ਦੁਆਲੇ ਘੁੰਮਦਾ ਹੈ ਕਿ ਵਾਹਿਗੁਰੂ ਪਰਮੇਸ਼ਵਰ ਸਭ ਤੋਂ ਪਹਿਲਾਂ ਹੈ, ਉਸੇ ਦੀ ਹੀ ਸਾਰੀ ਰਚਨਾ ਹੈ, ਉਹਦੀ ਰਚਨਾ ਦੇ ਵਿੱਚ ਹੀ ਮਾਇਆ ਪੈਦਾ ਹੋਈ ਹੈ। ਪਰ ਮਾਇਆ ਤੋਂ ਮੁਕਤ ਹੋਣ ਦਾ ਤਰੀਕਾ, ਮਾਇਆ ਤੋਂ ਮੁਕਤ ਹੋਣ ਦਾ ਜ਼ਰੀਆ ਗੁਰੂ ਸਾਹਿਬ ਜੀ ਦਾ ਸ਼ਬਦ ਹੈ। ਤੋ ਗੁਰੂ ਦੇ ਨਾਲ ਜੁੜੀਏ, ਗੁਰੂ ਤੋਂ ਸਾਨੂੰ ਸ਼ਬਦ ਗਿਆਨ ਪ੍ਰਾਪਤ ਹੋਏਗਾ, ਉਹ ਗਿਆਨ ਜਿਹੜਾ ਮੁਕਤੀ ਦਾ ਦਰ ਖੋਲੇਗਾ। ਤੋ ਕੁੱਲ ਮਿਲਾ ਅਸੀਂ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਆਉਣਾ ਆ। ਜਿਵੇਂ ਭਗਤ ਨਾਮਦੇਵ ਜੀ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਵਾਰਤਾਲਾਪ ਕਰਦੇ ਹੈ, ਸਿੱਖ ਨੇ, ਜਗਿਆਸੂ ਨੇ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਨਾਲ ਬਚਨ ਵਿਲਾਸ ਸਾਂਝੇ ਕਰਨੇ ਨੇ। ਇਸ ਕਰਕੇ ਇਹ ਮੈਂ ਜ਼ਰੂਰ ਬੇਨਤੀ ਕਰਾਂ ਕਿ ਜਿੱਥੇ ਅਸੀਂ ਬਾਣੀ ਨੂੰ ਸਮਾਂ ਪਾਸ ਕਰਨ ਵਾਸਤੇ ਪੜ੍ਹ ਰਹੇ ਹਾਂ, ਜਿੱਥੇ ਅਸੀਂ ਬਾਣੀ ਨੂੰ ਗੁਰੂ ਸਾਹਿਬ ਜੀ ਦੀ ਪੰਕਤੀਆਂ, ਗੁਰੂ ਸਾਹਿਬ ਜੀ ਦੇ ਸ਼ਬਦਾਂ ਦੇ ਅਰਥ ਪੜ੍ਹਨ ਜਾਣਨ ਦੇ ਵਾਸਤੇ ਪੜ੍ਹ ਰਹੇ ਹਾਂ, ਜਿੱਥੇ ਬਾਣੀ ਨੂੰ ਅਸੀਂ ਕੰਨ ਰਸ ਦੇ ਵਾਸਤੇ ਵੀ ਪੜ੍ਹ ਸੁਣ ਰਹੇ ਹਾਂ, ਸਭ ਮੁਬਾਰਕ ਹੈ। ਕੰਨਾਂ ਨੂੰ ਮਾਇਆ ਦੇ ਗੰਦੇ ਗਾਣਿਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਵਾਸਤੇ, ਨਾਮ ਦਾ ਰਸ ਲੈਣ ਵਾਸਤੇ ਕੀਰਤਨ ਦਾ ਰਸ ਲੈਣਾ ਜ਼ਰੂਰੀ ਹੈ। ਮਨ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਨ ਦੇ ਵਾਸਤੇ ਗੁਰੂ ਸਾਹਿਬ ਜੀ ਦੀਆਂ ਪੰਕਤੀਆਂ, ਗੁਰੂ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਦੇ ਨਾਲ ਜੁੜਨਾ ਵੀ ਜ਼ਰੂਰੀ ਹੈ। ਉੱਥੇ ਅਸੀਂ ਇਹ ਵੀ ਜ਼ਰੂਰ ਕਰੀਏ ਕਿ ਗੁਰੂ ਸਾਹਿਬ ਜੀ ਦੇ ਨਾਲ ਅਸੀਂ ਸਿੱਧਾ ਵਾਰਤਾਲਾਪ ਕਰੀਏ ਕਿ ਗੁਰੂ ਸਾਹਿਬ ਜੀ ਸਾਡੇ ਮਨ ਦਾ ਕੋਈ ਖਿਆਲ ਹੈ, ਗੁਰੂ ਸਾਹਿਬ ਜੀ ਅਸੀਂ ਤੁਹਾਡੇ ਦਰ 'ਤੇ ਭਿਖਾਰੀ ਹਾਂ, ਨਾਮ ਦੀਆਂ ਦਾਤਾਂ ਮੰਗਦੇ ਹਾਂ, ਆਪ ਜੀ ਕਿਰਪਾ ਕਰੋ। ਜਿਵੇਂ ਭਗਤ ਨਾਮਦੇਵ ਜੀ ਨੇ ਆਪਣਾ ਪਰਮੇਸ਼ਵਰ ਦੇ ਨਾਲ ਸੰਬੰਧ ਜੋੜਿਆ ਹੈ, ਅਸੀਂ ਵੀ ਭਗਤ ਨਾਮਦੇਵ ਜੀ ਤੋਂ ਇਹ ਸਿੱਖਿਆ, ਇਹ ਉਪਦੇਸ਼, ਇਹ ਗਿਆਨ ਲੈਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਹਜ਼ੂਰ ਜੋਦੜੀ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰੋ, ਸਾਡੇ ਨਾਲ ਵੀ ਇਸ ਪ੍ਰਕਾਰ ਦਾ ਇਹ ਅਨੁਭਵ ਹੋਵੇ। ਇਹ ਅਸੀਂ ਅਰਦਾਸ ਕਰਨੀ ਹੈ, ਇਹ ਅਸੀਂ ਬੇਨਤੀ ਕਰਨੀ ਹੈ। ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ। ਆਓ ਇਸ ਪਾਵਨ ਸ਼ਬਦ ਦਾ ਇੱਕ ਵਾਰੀ ਫਿਰ ਪਾਠ ਸਰਵਣ ਕਰੀਏ ਜੀ। ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ। ਇਹਨਾਂ ਸ਼ਬਦਾਂ ਦਾ ਸਿਰਲੇਖ ਭਾਵੇਂ ਕੋਈ ਵੀ ਨਹੀਂ, ਪਰ ਇਸ ਤੋਂ ਪਹਿਲਾਂ ਜਿੱਥੇ ਭਗਤ ਨਾਮਦੇਵ ਜੀ ਦੇ ਧਨਾਸਰੀ ਰਾਗ ਦੇ ਇਹ ਸ਼ਬਦ ਸ਼ੁਰੂ ਹੁੰਦੇ ਹਨ, ਅੰਗ 692 ਤੇ, ਉੱਥੇ ਸਿਰਲੇਖ ਲਿਖਿਆ ਹੋਇਆ, ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲ ਪੁਰੀਏ ਪੁੰਡਰਕ ਵਣਾ, ਤਾਂ ਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ, ਹਰ ਨਾਚੰਤੀ ਨਾਚਨਾ। ਪਹਿਲ ਪ੍ਰਸਾਬਿਰਾ ਅਥੋਨ ਪ੍ਰਸਾਦ ਮਰਾ, ਅਸ ਗਾ ਅਸ ਉਸ ਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮਹਿ ਸਾਗਰਾ। ਰਹਾਉ। ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭ੍ਰਮਿਆ ਚਾ, ਕੇਸ਼ਵਾ ਬਚਾਉਨੀ, ਅਈਏ ਮਈਏ ਏਕ ਆਨ ਜੀਓ। ਪਿੰਧੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ,
ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਿੰਧੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ।